व्यूअर्स ब्रेक तो बाद थोड़ा स्वागत है जी। डॉक्टर साहब साडी पहली ईमेल आई है ਜਾਂ मैसेज कह लो ਇਹ ਆਇਆ ਹੈ ਸਾਨੂੰ ਬਹਿਰੀਨ ਤੋਂ ਭਾਈ ਅਮਰੀਤ ਸਿੰਘ ਖਾਲਸਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜੀ ਦਾ। ਇਹ ਲਿਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜ਼ਿਲ੍ਹਾ ਤਰਨਤਾਰਨ ਦੇ ਪਿੰਡ ਜੋਧਪੁਰ ਵਿਖੇ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਅਗਨ ਭੇਟ ਕੀਤਾ ਗਿਆ, ਇਸ ਘਟਨਾ ਨੇ ਪੂਰੀ ਦੁਨੀਆ ਦੇ ਵਸਦੇ ਸਿੱਖ ਭਾਈਚਾਰੇ ਦੇ ਹਿਰਦਿਆਂ ਨੂੰ ਵਿੰਨ ਕੇ ਰੱਖ ਦਿੱਤਾ ਹੈ। ਹਰ ਗੁਰੂ ਦਾ ਸਿੱਖ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤ ਮਸਤਕ ਹੈ ਤੇ ਜਦੋਂ ਉਸ ਤੇ ਹੀ ਅਜਿਹਾ ਹਮਲਾ ਹੋਵੇ ਤਾਂ ਕੌਮ ਦੇ ਦਿਲਾਂ ਦੇ ਵਿੱਚ ਜੋ ਪੀੜ ਉੱਠਦੀ ਹੈ ਉਹ ਅਸਹਿ ਅਤੇ ਅਕਹਿ ਹੈ। ਪਰ ਕੁਝ ਗੱਲਾਂ ਜਿਨ੍ਹਾਂ ਵੱਲ ਮੈਂ ਆਪ ਜੀ ਦਾ ਧਿਆਨ ਦਿਵਾਉਣਾ ਜ਼ਰੂਰੀ ਸਮਝਦਾ ਹਾਂ, ਪਰ ਇਹ ਜ਼ਰੂਰੀ ਨਹੀਂ ਕਿ ਮੇਰੇ ਵਿਚਾਰ ਅੰਤਮ ਨਿਰਣਾ ਹਨ। ਇਸ ਘਟਨਾ ਬਾਰੇ ਪਹਿਲੀ ਗੱਲ ਇਹ ਹੈ ਕਿ ਜਿਸ ਪਿੰਡ ਵਿੱਚ ਇਹ ਘਟਨਾ ਵਾਪਰੀ ਉੱਥੇ 3 ਪਰਿਵਾਰ ਹਨ ਜੋ ਨੂਰ ਮੈਲੀਏ ਦੇ ਚੇਲੇ ਹਨ। ਕੁਝ ਦਿਨ ਪਹਿਲਾਂ ਹੀ ਇਹਨਾਂ ਪਰਿਵਾਰਾਂ ਦੀ ਸਿੱਖ ਜਥੇਬੰਦੀਆਂ ਨਾਲ ਝੜਪ ਹੋਈ ਸੀ ਅਤੇ ਮਾਹੌਲ ਬਹੁਤ ਤਣਾਅਪੂਰਨ ਬਣਿਆ ਹੋਇਆ ਸੀ। ਗੋਲੀਆਂ ਵੀ ਚੱਲੀਆਂ ਸਨ। ਦੂਜਾ, ਇਹਨਾਂ ਦਿਨਾਂ ਵਿੱਚ ਹੀ ਭਾਈ ਗੁਰਬਖਸ਼ ਸਿੰਘ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਦੁਬਾਰਾ ਮੋਰਚਾ ਲਖਨੌਰ ਸਾਹਿਬ ਵਿਖੇ ਸ਼ੁਰੂ ਕੀਤਾ ਹੋਇਆ ਹੈ, ਜੋ ਕਿ ਹਰਿਆਣਾ ਦੀ ਹਦੂਦ ਅੰਦਰ ਆਉਂਦਾ ਹੈ, ਜਿੱਥੇ ਸਿੱਧੇ ਤੌਰ ਤੇ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਦਾ ਕੋਈ ਕੰਟਰੋਲ ਨਹੀਂ ਹੈ। ਬੇਸ਼ੱਕ ਇਸ ਮੋਰਚੇ ਦੀ ਆਰੰਭਤਾ ਵੇਲੇ ਕਾਫੀ ਮਤਭੇਦ ਸਨ, ਪਰ ਹੌਲੀ-ਹੌਲੀ ਜਿਵੇਂ ਕਿਵੇਂ ਵੀ ਮੋਰਚਾ ਸ਼ੁਰੂ ਹੋਣ ਤੋਂ ਬਾਅਦ ਸਿੱਖ ਸੰਗਤ ਦਾ ਤੇ ਨੌਜਵਾਨੀ ਦਾ ਭਰਪੂਰ ਸਮਰਥਨ ਮੋਰਚੇ ਨੂੰ ਮਿਲਣਾ ਸ਼ੁਰੂ ਹੋ ਗਿਆ ਸੀ। ਹੁਣ ਨੌਜਵਾਨਾਂ ਵੱਲੋਂ ਜਗ੍ਹਾ-ਜਗ੍ਹਾ ਪਿੰਡਾਂ, ਸ਼ਹਿਰਾਂ, ਕਸਬਿਆਂ ਵਿੱਚ ਮਾਰਚ ਵੀ ਕੱਢੇ ਜਾ ਰਹੇ ਸਨ ਤੇ ਮੋਰਚਾ ਦਿਨੋਂ-ਦਿਨ ਅੱਗੇ ਵਧ ਰਿਹਾ ਸੀ। ਤੀਜਾ, ਬੀਜੇਪੀ ਅਤੇ ਅਕਾਲੀਆਂ ਵਿੱਚ ਆਈ ਦਰਾਰ ਤੋਂ ਬਾਅਦ ਅਤੇ ਬੀਜੇਪੀ, ਆਮ ਆਦਮੀ ਪਾਰਟੀ, ਅਕਾਲੀ ਦਲ ਅੰਮ੍ਰਿਤਸਰ, ਬਹੁਜਨ ਸਮਾਜ ਪਾਰਟੀ ਦੇ ਲੀਡਰਾਂ ਅਤੇ ਹੋਰ ਧਾਰਮਿਕ ਰਾਜਨੀਤਿਕ ਲੋਕਾਂ ਦੇ ਮੋਰਚਾ ਸਮਰਥਨ ਨੇ ਅਕਾਲੀਆਂ ਦੇ ਸਾਹ ਹੋਰ ਚੜਾ ਦਿੱਤੇ, ਕਿਉਂਕਿ ਹੁਣ ਬੀਜੇਪੀ ਅਕਾਲੀਆਂ ਵਿੱਚ ਦਰਾਰ ਹੈ। ਅਕਾਲੀ ਸਿੱਧੇ ਤੌਰ ਤੇ ਗੁਰਬਖਸ਼ ਸਿੰਘ ਦਾ ਮੋਰਚਾ ਉਥੋਂ ਚੁਕਵਾ ਨਹੀਂ ਸਕਦੇ। ਗੁਰਦੁਆਰਾ ਸਾਹਿਬ ਹਰਿਆਣਾ ਕਮੇਟੀ ਦੇ ਅੰਡਰ ਹੋਣ ਕਰਕੇ ਸ਼੍ਰੋਮਣੀ ਕਮੇਟੀ ਦੀ ਗੁੰਡਾ ਬ੍ਰਿਗੇਡ ਵੀ ਉੱਥੇ ਹੱਲਾ ਨਹੀਂ ਕਰ ਸਕਦੀ। ਹੁਣ ਇਹਨਾਂ ਮੁਸ਼ਕਲਾਂ ਕਰਕੇ ਪੰਜਾਬ ਸਰਕਾਰ ਚਿੰਤਤ ਸੀ, ਸੋ ਇਹਨਾਂ ਨੇ ਹੀ ਲੋਕਾਂ ਦਾ ਧਿਆਨ ਵੰਡਣ ਦੀ ਖਾਤਰ ਕਿਤੇ ਨਾ ਕਿਤੇ ਇਸ ਹਰਕਤ ਨੂੰ ਅੰਜਾਮ ਦਿੱਤਾ, ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਜੋਧਪੁਰ ਵਿੱਚ ਇਸ ਸਮੇਂ ਟਕਰਾਰ ਚੱਲ ਰਿਹਾ ਹੈ। ਨਹੀਂ ਤਾਂ ਆਪਾਂ ਸੋਚੀਏ ਕਿ ਬਿਨਾਂ ਸਰਕਾਰੀ ਹਮਾਇਤ ਤੋਂ ਸਿਰਫ 3 ਪਰਿਵਾਰ ਜੋ ਪਹਿਲਾਂ ਹੀ ਸਿੱਖ ਕੌਮ ਨਾਲ ਉਲਝੇ ਹੋਣ, ਉਹ ਇੰਨੇ ਥੋੜੇ ਸਮੇਂ ਅੰਦਰ ਹੀ ਜਾਨ ਜੋਖਮ ਵਿੱਚ ਪਾ ਕੇ ਸਿੱਖ ਕੌਮ ਤੇ ਇੰਨਾ ਵੱਡਾ ਹਮਲਾ ਕਰਨ ਦੀ ਹਿੰਮਤ ਨਹੀਂ ਕਰ ਸਕਦੇ, ਖਾਸ ਕਰਕੇ ਉਦੋਂ ਜਦੋਂ ਉਹਨਾਂ ਨੂੰ ਪਤਾ ਹੋਵੇ ਕਿ ਸਿੱਖ ਕੌਮ ਪਹਿਲਾਂ ਹੀ ਉਹਨਾਂ ਪ੍ਰਤੀ ਰੋਸ ਨਾਲ ਭਰੀ ਹੋਈ ਹੈ ਅਤੇ ਉਹਨਾਂ ਦਾ ਆਕਾ ਭਾਵ ਆਸ਼ੂਤੋਸ਼ ਵੀ ਸਦਾ ਦੀ ਨੀਂਦ ਸੁੱਤਾ ਪਿਆ ਹੋਵੇ। ਮੇਰੇ ਨਜ਼ਰੀਏ ਤੋਂ ਤਾਂ ਇਹ ਸਰਕਾਰ ਦੀ ਗਿਣੀ ਮਿੱਥੀ ਸਾਜ਼ਿਸ਼ ਸੀ। ਤਾਂ ਹੀ ਸਿੱਖ ਜਥੇਬੰਦੀਆਂ ਦੇ ਪਹੁੰਚਣ ਤੋਂ ਪਹਿਲਾਂ ਹੀ ਭਾਰੀ ਪੁਲਿਸ ਬਲ ਤੈਨਾਤ ਕਰ ਦਿੱਤੇ ਗਏ ਤੇ ਨਾਲੇ ਬਾਦਲ ਸਰਕਾਰ ਤਾਂ ਕੁਰਸੀ ਬਚਾਉਣ ਲਈ ਚਾਹੁੰਦੀ ਹੈ ਕਿ ਅਜਿਹੀ ਕੋਈ ਅੱਗ ਲਾ ਕੇ ਸਾਬਤ ਕੀਤਾ ਜਾਵੇ ਕਿ ਭਾਈ ਪੰਜਾਬ ਦੇ ਹਾਲਾਤ ਬਹੁਤ ਖਰਾਬ ਹਨ, ਇਹਨਾਂ ਨੂੰ ਠੀਕ ਰੱਖਣ ਲਈ ਸਾਡਾ ਸੱਤਾ ਵਿੱਚ ਆਉਣਾ ਬਹੁਤ ਜ਼ਰੂਰੀ ਹੈ। ਜੀ ਡਾਕਟਰ ਸਾਹਿਬ। ਵੀਰ ਅਮਰੀਕ ਸਿੰਘ ਖਾਲਸਾ ਜੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਬਹਿਰੀਨ ਤੋਂ ਲਿਖਿਆ ਜੀ। ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨੇ ਉਸ ਖਿੱਤੇ ਦੇ, ਪਹਿਲਾਂ ਵੀ ਲਿਖਦੇ ਰਹਿੰਦੇ ਨੇ ਔਰ ਉਹਨਾਂ ਦੀ ਲਿਖਤ ਬੜੀ ਸਪਸ਼ਟ ਜਿਹੜੀ ਹੈ ਉਹ ਪੰਜਾਬੀ ਦੇ ਵਿੱਚ ਔਰ ਟਾਈਪਡ ਹੁੰਦੀ ਹੈ ਜੀ। ਉਹਨਾਂ ਨੇ ਜੋਧਪੁਰ ਵਾਕਿਆ ਔਰ ਭਾਈ ਗੁਰਬਖਸ਼ ਸਿੰਘ ਜਿਹੜੇ ਕਿ ਹੁਣ 3 ਹਫ਼ਤੇ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ, 4 ਹਫ਼ਤੇ ਹੋ ਜਾਣੇ ਨੇ, ਗੁਰਦੁਆਰਾ ਲਖਨੌਰ ਸਾਹਿਬ ਅੰਬਾਲਾ ਦੇ ਨੇੜੇ ਹੈ, ਉੱਥੇ ਭੁੱਖ ਹੜਤਾਲ ਤੇ ਬੈਠੇ ਨੇ ਇਹ ਮੰਗ ਰੱਖ ਕੇ ਕਿ ਜਿਹੜੇ ਸਿੰਘ ਜੇਲ੍ਹਾਂ ਦੇ ਵਿੱਚ ਆਪਣੀਆਂ ਟਰਮਸ ਕੈਦ ਦੀਆਂ ਪੂਰੀ ਕਰ ਚੁੱਕੇ ਨੇ, 20 ਸਾਲ ਹੋ ਗਏ ਨੇ, ਉਹਨਾਂ ਨੂੰ ਰਿਹਾ ਕੀਤਾ ਜਾਏ। ਉਹਨਾਂ ਦਾ ਇਹ ਖਿਆਲ ਹੈ, ਉਹਨਾਂ ਨੇ 3 ਨੁਕਤੇ ਦਿੱਤੇ ਨੇ ਔਰ ਉਹਨਾਂ ਨੇ ਕਿਹਾ ਕਿ ਵੀ ਮੇਰਾ ਕੋਈ ਅੰਤਮ ਨਿਰਣਾ ਨਹੀਂ ਹੈ, ਵੀ ਮੇਰਾ ਵਿਚਾਰ ਹੈ ਕਿ ਇਵੇਂ ਹੋ ਸਕਦਾ। ਅਸੀਂ ਵੀ ਇਸ ਗੱਲ ਨੂੰ ਐਨਕਰੇਜ ਕਰਦੇ ਹਾਂ ਕਿ ਵੀ ਇਹ ਜਿਹੜਾ ਫ੍ਰੀ ਥਾਟ ਹੈ, ਜਿਹੜਾ ਜਦੋਂ ਅਸੀਂ ਹਿਊਮਨ ਰਾਈਟਸ ਡੇ ਦੇ ਹਵਾਲੇ ਨਾਲ ਵੀ ਗੱਲ ਕੀਤੀ ਹੈ, ਤੇ ਇਹ ਜਿਹੜੀ ਫਰੀडम ਆਫ ਸਪੀਚ ਹੈ ਇਹ ਇੱਕ ਮੁੱਢਲਾ ਹੱਕ ਹੈ। ਅਮਰੀਕਾ ਦੇ ਵਿੱਚ ਤਾਂ ਫਸਟ ਅਮੈਂਡਮੈਂਟ ਨੇ ਇੰਨੀ ਖੁੱਲ੍ਹ ਦੇ ਦਿੱਤੀ ਹੈ ਕਿ ਇੱਥੇ ਤੁਸੀਂ ਹੁਣ ਜਿਹੜੇ ਵਾਕਿਆ ਹੁੰਦੇ ਨੇ, ਕਈ ਵਾਰ ਬਾਹਰ ਬੈਠਿਆਂ ਨੂੰ ਲੱਗਦਾ ਹੈ ਕਿ ਜਿਵੇਂ ਇੱਥੇ ਜਦੋਂ ਕੁਰਾਨ ਸ਼ਰੀਫ ਨੂੰ ਬੇਅਦਬ ਕੀਤਾ ਹੈ
ਜਾਂ ਕੋਈ ਹੋਰ ਇਹ ਕੂਕਲੈਕਸ ਕਲੈਨ ਵਾਲੇ ਜਿਹੜੇ ਨਸਲਵਾਦੀ ਨੇ, ਇਹ ਕਾਲਿਆਂ ਦੇ ਖਿਲਾਫ ਕਰਦੇ ਨੇ, ਜਾਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ। ਹੁਣ ਇੰਡੀਆ ਬੈਠਣ ਨੂੰ ਲੱਗਦਾ ਹੈ ਗਵਰਨਮੈਂਟ ਕਿਉਂ ਨਹੀਂ ਰੋਕ ਸਕਦੀ, ਉੱਥੇ ਕਿਉਂ ਨਹੀਂ ਇਹਨਾਂ ਖਾਲਿਸਤਾਨੀਆਂ ਦੀ ਨੂੰ ਇਹ ਬੰਦ ਕਰਾਉਂਦੇ। ਜਾਂ ਜਿਵੇਂ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੂੰ ਬਾਰ-ਬਾਰ ਇੰਡੀਆ ਵਾਲੇ ਕਹਿੰਦੇ, ਉਹਨੇ ਕਿਹਾ ਜੀ ਅਸੀਂ ਨਹੀਂ ਕਰ ਸਕਦੇ, ਲੋਕਾਂ ਨੂੰ ਹੱਕ ਹੈ। ਹੁਣ ਉਹਨਾਂ ਨੇ ਇਸ ਕਿਸਮ ਦੇ ਕਾਨੂੰਨ ਬਣਾਏ ਨੇ, ਉਹਨਾਂ ਨੂੰ ਸਮਝ ਨਹੀਂ ਆ ਸਕਦਾ ਕਿ ਵੀ ਇਹ ਫਰੀडम ਆਫ ਐਕਸਪ੍ਰੈਸ਼ਨ ਕੀ ਹੁੰਦੀ ਹੈ ਜੀ। ਜਾਂ ਇੱਥੇ ਜੇ ਕੋਈ ਪ੍ਰੈਜ਼ੀਡੈਂਟ ਓਬਾਮਾ ਦੇ ਉੱਤੇ ਜਾਂ ਜਿਹੜਾ ਸਾਰਾ ਕਿੰਨੇ ਰਾਤ ਮਿਡਨਾਈਟ ਤੱਕ ਕੁਝ ਚੱਲਦੇ ਨੇ ਇਹਨਾਂ ਦੇ ਐਂਟਰਟੇਨਮੈਂਟ ਸ਼ੋ, ਕਿਉਂ ਜੇ ਜੋਕ ਬਣਾਉਂਦੇ ਨੇ, ਕਿਉਂ ਜੀ ਇਹ ਗੱਲ ਕਰਦੇ ਨੇ। ਔਰ ਇਹਦਾ ਰੀਜ਼ਨ ਇਹ ਹੈ ਕਿ ਵੀ ਇਹਨਾਂ ਨੇ ਮੁੱਢਲਾ ਹੱਕ ਸੀ ਬੇਸ਼ੱਕ UN ਚਾਰਟਰ ਦੇ ਵਿੱਚ ਫਰੀडम ਆਫ ਐਕਸਪ੍ਰੈਸ਼ਨ, ਪਰ ਅਮਰੀਕਾ ਦੀ ਫਸਟ ਅਮੈਂਡਮੈਂਟ ਨੇ ਉਹਨੂੰ ਹਾਈਟਸ ਤੇ ਪਹੁੰਚਾ ਦਿੱਤਾ ਹੈ ਕਿ ਉੱਥੇ ਤੁਸੀਂ ਕਿਸੇ ਦੇ ਖਿਲਾਫ ਵੀ, ਜਿਸ ਅਕੀਦੇ ਨਾਲ ਤੁਹਾਡਾ ਸੰਬੰਧ ਨਹੀਂ, ਉਹਦੇ ਖਿਲਾਫ ਵੀ ਕੁਝ ਕਰ ਸਕਦੇ ਹੋ, ਜਦੋਂ ਤੱਕ ਕਿ ਉਹ ਹਿੰਸਾ ਨੂੰ ਜਨਮ ਨਾ ਦੇ ਜਾਂ ਤੁਸੀਂ ਹਿੰਸਕ ਕਾਰਵਾਈ ਨਾ ਕਰੋ, ਉਹ ਤੁਹਾਡਾ ਕਹਿਣ ਦਾ ਹੱਕ ਬਣਦਾ। ਸੋ ਅਸੀਂ ਸਮਝਦੇ ਹਾਂ ਵੀ ਇਹ ਚੰਗੀ ਗੱਲ ਹੈ ਵੀ ਅਸੀਂ ਸਾਡੇ ਜਿਹੜੇ ਵੀਰ ਭੈਣਾਂ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਨੇ, ਉਹ ਫਰੀडम ਦੇ ਨਾਲ ਉਹ ਸਿਰਫ ਉਹੀ ਵਰਜਨ ਜਿਹੜੀ ਮੀਡੀਆ 'ਚ ਆਉਂਦੀ ਹੈ ਉਸ 'ਤੇ ਇਤਬਾਰ ਨਹੀਂ ਕਰਦੇ, ਉਹ ਆਪਣੇ ਤੌਰ 'ਤੇ ਵੀ ਸੋਚਦੇ ਨੇ ਵੀ ਕੀ ਹੋ ਸਕਦਾ। ਹਾਲਾਂ ਇਸ ਜੋਧਪੁਰ ਕਾਂਡ ਦੇ ਵਿੱਚ ਕਿੰਨੇ 10 ਜਾਂ 12 ਬੰਦਿਆਂ ਨੂੰ ਚਾਰਜ ਕੀਤਾ ਗਿਆ, ਪਰ ਇਹਨਾਂ ਦੇ ਜਿਹੜੇ ਦੋਨੋਂ ਤਿੰਨੋਂ ਨੁਕਤੇ ਨੇ ਉਹਨਾਂ ਦੇ ਵਿੱਚ ਵੇਟ ਹੈ। ਔਰ ਖਾਸ ਤੌਰ ਤੇ ਕਿ ਵੀ ਅਜੇ ਜਿਹੜਾ ਇਹਦੇ 'ਚ ਮੈਨੂੰ ਮੋਸਟ ਪਾਵਰਫੁਲ ਆਰਗੂਮੈਂਟ ਲੱਗਾ ਕਿ ਵੀ ਆਲਰੇਡੀ ਉੱਥੇ ਵਾਕਿਆ ਹੋ ਕੇ ਹਟਿਆ ਜੀ, ਜਿਹਦੇ 'ਚ ਜਿਹਨੇ ਪਿੰਡ ਦੇ ਵਿੱਚ ਉਹਦਾ ਰੱਖਿਆ ਸੀ ਕੋਈ ਡਿਸਕਸ਼ਨ, ਉਹਦਾ ਕੋਈ ਸਮਾਗਮ ਸੀ ਆਸ਼ੂਤੋਸ਼ ਦਾ, ਉਸ ਬੰਦੇ ਨੇ ਰਿਟਾਇਰ ਫੌਜੀ ਨੇ ਔਰ ਜਿਹੜਾ ਉਹਨੂੰ ਸਿਕਿਉਰਿਟੀ ਗਾਰਡ ਦਿੱਤੇ ਸੀ, ਉਹਨੇ ਦਰਜਨਾਂ ਨੌਜਵਾਨਾਂ ਨੂੰ ਗੋਲੀਆਂ ਦੇ ਨਾਲ ਜਿਹੜਾ ਉਹ ਜ਼ਖਮੀ ਕੀਤਾ। ਹੁਣ ਮਾਰਕੀਟ ਨੇ ਪਿੰਡ ਦੇ ਵਿੱਚ ਪਤਾ ਹੁੰਦਾ, ਇਹਨਾਂ ਨੇ ਠੀਕ ਕਿਹਾ ਵੀ 3 ਘਰ ਨੇ। ਹੁਣ ਜਿਨ੍ਹਾਂ ਨੇ ਉਸ ਪਿੰਡ 'ਚ ਰਹਿਣਾ, ਉਹ ਕੋਈ ਰਈਸ ਤਾਂ ਹੈ ਨਹੀਂ ਕਿ ਉਹਨਾਂ ਦੇ 10 ਸ਼ਹਿਰਾਂ ਦੇ ਵਿੱਚ ਕੋਠੀਆਂ ਨੇ ਵੀ ਉਹਨਾਂ ਨੇ ਇੱਕ ਨਹੀਂ ਦੂਜੀ ਥਾਂ ਤੇ ਚਲੇ ਜਾਣਾ ਜੀ। ਇਸ ਗੱਲ ਦੇ ਬਹੁਤੇ ਚਾਂਸ ਨਹੀਂ ਰਹਿੰਦੇ ਕਿ ਉਹੀ 3 ਜਿਨ੍ਹਾਂ ਨੇ ਉੱਥੇ ਰਹਿਣਾ ਉਸ ਪਿੰਡ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਬੇਅਦਬ ਕਰਨ ਜਾਂ ਅੱਗ ਲਾਉਣ ਜੀ। ਸੋ ਜ਼ਾਹਰ ਹੈ ਕਿ ਵੀ ਇਸ ਘਟਨਾ ਦਾ ਜਿਹੜਾ ਬਣਾ ਕੇ ਆਧਾਰ ਜਿਹੜੀਆਂ ਏਜੰਸੀਆਂ ਕੰਮ ਕਰਨਾ ਚਾਹੁੰਦੀਆਂ ਨੇ, ਔਰ ਜਥੇਬੰਦੀਆਂ ਦੇ ਪਹੁੰਚਣ ਤੋਂ ਪਹਿਲਾਂ ਪੁਲਿਸ ਬਲ ਪਹੁੰਚ ਜਾਂਦੇ ਨੇ ਜੀ। ਸੋ ਪਹਿਲੀ ਵਾਰੀ ਜਦੋਂ ਗੋਲੀ ਫਾਇਰ ਹੁੰਦੀ ਹੈ, ਚਲਾਈਆਂ ਜਾਂਦੀਆਂ ਨੇ, ਉਦੋਂ ਉਹਨਾਂ ਦਾ ਪੁਲਿਸੀਆ ਗੋਲੀਆਂ ਚਲਾਉਣ ਵਾਲਿਆਂ 'ਚ ਅੱਗੇ। ਸੋ ਇਹ ਵੈਦਰ ਬੀਜੇਪੀ ਨੂੰ ਸੂਟ ਕਰਦਾ ਆਪਣੇ ਤੌਰ ਤੇ ਜੀ ਕਿ ਵੀ ਇਹ ਜਿਹੜਾ ਜੇ ਹੁਣ ਉਹਨਾਂ ਨੇ ਉਹਨਾਂ ਦਾ ਜਨਰਲ ਸੈਕਟਰੀ ਦਿਵਿਆ ਜੋਤੀ ਨੂੰ ਸੌਦਾ ਸਾਹਿਬ ਨੂੰ ਫੁੱਲ ਸਪੋਰਟ ਦੇ ਰਿਹਾ, ਔਰ ਉਹਨਾਂ ਨੂੰ ਪਤਾ ਹੈ ਵੀ ਜੇ ਗੁਰੂ ਗ੍ਰੰਥ ਸਾਹਿਬ ਨੂੰ ਬੇਅਦਬ ਕਰੋਗੇ ਸਿੱਖ ਕਿਵੇਂ ਰਿਐਕਟ ਕਰਨਗੇ। ਇਹ ਜਿੰਨੇ ਨੇ ਡੇਰੇਦਾਰ ਹੋਰ ਡਰ ਕੇ ਬੀਜੇਪੀ ਵੱਲ ਜਾਣਗੇ, ਕਿਉਂਕਿ ਅਕਾਲੀਆਂ ਦੀ ਜਿਹੜੀ ਉਹ ਮਜਬੂਰੀ ਬਣ ਜਾਂਦੀ ਹੈ ਅਲਟੀਮੇਟਲੀ, ਕਿਉਂਕਿ ਜਥੇਦਾਰ ਵੀ ਉੱਥੇ ਪਹੁੰਚ ਗਏ, ਮੱਕੜ ਵੀ ਪਹੁੰਚ ਗਏ, ਦੀਵਾਨ ਵੀ ਸੱਜ ਗਿਆ, ਧਮਕੀਆਂ ਵੀ ਹੋ ਗਈਆਂ, ਬੰਦ ਕਰਾਓ ਜੀ ਸਾਰੇ ਪੰਜਾਬ 'ਚ। ਇਹਨਾਂ ਦੇ ਪਖੰਡੇ ਵੀ ਕਹਿ ਦਿੱਤਾ, ਇਹਨਾਂ ਨੇ ਕਰਵਾਉਣੇ ਕਿਹਨਾਂ ਨੇ, ਪਰ ਸਿੱਖਾਂ ਨੂੰ ਖੁਸ਼ ਕਰਨ ਦੇ ਲਈ ਇਹ ਜਿਹੜਾ ਪਾਰਟ ਹੈ ਇਹ ਇਹਨਾਂ ਨੂੰ ਕਹਿਣਾ ਪੈਂਦਾ, ਜਿਨ੍ਹਾਂ ਦੇ ਵਿੱਚ ਜਿਵੇਂ ਜਥੇਦਾਰ ਆਨੰਦਗੜ੍ਹ ਦੀ ਸਟੇਟਮੈਂਟ ਹੈ ਪਿਛਲੇ ਦਿਨਾਂ ਕਿ ਜੀ RSS ਤੋਂ ਦੂਰ ਰਹੋ, ਇਹ ਜਿਨ੍ਹਾਂ ਨੇ ਖਾਕੀ ਕੱਛੇ ਸਵਾਏ ਆ ਇਹਨਾਂ ਤੋਂ ਬਚ ਕੇ ਰਹੋ। ਮੈਂ ਤਾਂ 8 ਸਾਲ ਪਹਿਲੇ ਕਿਹਾ ਸੀ ਬਾਦਲ ਨੂੰ, ਅਕਾਲੀਆਂ ਨੂੰ ਕਿ ਵੀ ਇਹਨਾਂ ਤੋਂ ਦੂਰ ਹੀ ਰਹੋ। ਉਧਰਲਾ ਪੱਖ ਵੀ ਪੂਰਾ ਕਰ ਲਿਆ, ਇਧਰੋਂ ਵੀ ਬਿਆਨ ਵੀ ਹੁੰਦੇ ਦਿੱਤੇ, ਕਰਨਾ ਕਤਰਨ ਦਾ ਕੁਛ ਹੈ ਨਹੀਂ। ਜੇ ਡੇਰੇ ਬੰਦ ਕਰਾਣੇ ਹੁੰਦੇ ਤਾਂ ਸੌਦਾ ਸਾਹਿਬ ਦੇ ਉਹ ਚਰਚਾਵਾਂ ਨੂੰ ਲੈ ਕੇ ਉੱਥੇ ਜਿਹੜੇ ਨੇ ਝਗੜੇ ਹੁੰਦੇ। ਸੋ ਉਹਨਾਂ ਨੇ ਜਿਵੇਂ ਭਾਈ ਗੁਰਬਖਸ਼ ਸਿੰਘ ਹੋਰਾਂ ਦੇ ਵਰਤ ਦੀ ਗੱਲ ਕੀਤੀ ਹੈ ਕਿ ਭਾਈ ਉਹਨਾਂ ਨੂੰ ਹੋਰ ਵੀ ਸਪੋਰਟ ਮਿਲਣੀ ਸ਼ੁਰੂ ਹੋਈ ਹੈ। ਸ਼ੁਰੂ ਦੇ ਵਿੱਚ ਜਿਹੜੀ ਹੈ ਥੋੜੀ ਬਹੁਤ ਮਤਭੇਦ ਵੀ ਸੀ, ਹੁਣ ਭਰਪੂਰ ਸਮਰਥਨ ਹੈ। ਔਰ ਅਖੀਰ 'ਚ ਉਹਨਾਂ ਨੇ ਇਹੀ ਕਿਹਾ ਕਿ ਵੀ ਇਹ ਕੰਸਪੀਰੇਸੀ ਇਹਨਾਂ ਦੀ ਹੋ ਸਕਦੀ ਹੈ ਤਾਂ ਕਿ ਭਾਈ ਗੁਰਬਖਸ਼ ਸਿੰਘ ਹੋਰਾਂ ਦੇ ਜਿਹੜਾ ਵਰਤ ਦੇ ਉੱਤੇ ਜਿਹੜੀ ਇੱਕ ਮੋਮੈਂਟਮ ਬਿਲਟ ਹੋ ਰਹੀ ਹੈ। ਔਰ ਉਹਨਾਂ ਨੇ ਜਿਵੇਂ ਕਿਹਾ ਕਿ ਜੀ ਉੱਥੇ ਕਿਉਂਕਿ ਲਖਨੌਰ ਸਾਹਿਬ ਸ਼੍ਰੋਮਣੀ ਕਮੇਟੀ ਦੇ ਕੰਟਰੋਲ 'ਚ ਨਹੀਂ ਹੈ, ਹਰਿਆਣਾ ਕਮੇਟੀ ਕੋਲ ਹੈ, ਇਹ ਉੱਥੇ ਕੁਝ ਕਰ ਨਹੀਂ ਸਕਦੇ। ਇਹ ਵੀ ਰੀਜ਼ਨ ਹੋ ਸਕਦੇ ਨੇ, ਪਰ ਮੈਨੂੰ ਲੱਗਦਾ ਵੀ ਜ਼ਿਆਦਾ ਜਿਹੜਾ ਇਹਨਾਂ ਦੇ 'ਚ ਰੀਜ਼ਨਿੰਗ ਕਿ ਭਾਈ ਉਹੀ 3 ਪਰਿਵਾਰ ਜਿਨ੍ਹਾਂ ਨੇ ਉੱਥੇ ਆ ਕੇ ਹੀ ਰਹਿਣਾ ਉਹ ਸ਼ਾਇਦ ਇਸ ਕਿਸਮ ਦੀ ਹਰਕਤ ਨਾ ਕਰ ਸਕਦੇ। ਹੁਣ ਬਾਕੀ ਇਹ ਫਿਰ ਇਹ ਓਪਨ ਰਹਿ ਜਾਂਦਾ ਹੈ ਕਿ ਵੈਦਰ ਇਹ ਬੀਜੇਪੀ ਦਾ ਕੰਮ ਹੈ ਜਾਂ ਬਾਦਲ ਦਲ ਦਾ ਹੈ। ਪਰ ਜੇ ਅਸੀਂ ਪੋਲੀਟੀਕਲੀ ਦੇਖੀਏ ਤਾਂ ਇਹ ਜ਼ਿਆਦਾ ਬੀਜੇਪੀ ਨੂੰ ਸੂਟ ਕਰਦਾ, ਕਿਉਂਕਿ ਜੇ ਬੀਜੇਪੀ ਨੇ ਤੋੜ ਵਿਛੋੜ ਲਾਈ, ਜੇ ਤਾਂ ਇਕੱਠੇ ਹੁੰਦੇ ਫਿਰ ਤਾਂ ਦੋਨਾਂ ਨੂੰ ਹੀ ਸੂਟ ਕਰਦਾ ਸੀ। ਲੇਕਿਨ ਕਿਉਂਕਿ ਜੇ ਹੁਣ ਤੋੜ ਵਿਛੋੜ ਲਾਈਨ ਲੈਣੀ ਹੈ ਤੇ ਅਲਟੀਮੇਟਲੀ ਇਹ ਦਿਵਿਆ ਜੋਤੀ ਤੇ ਫਲਾਣੇ ਜਿਹੜੇ ਨੇ ਇਹ ਅਕਾਲੀਆਂ ਦੇ ਅਕਾਲੀ ਜਦਾਦ ਜਦੂਦ ਖਾ ਜਾਣਗੇ ਆਸ਼ੂਤੋਸ਼ ਦੀ। ਉਹ ਤਾਂ ਸੁਖਬੀਰ ਬਾਦਲ ਔਰ ਦੂਜਾ ਉਹਨਾਂ ਨੂੰ ਡੇਰੇ ਖੁਲਾਉਣ 'ਚ ਵੀ ਉਹਨਾਂ ਨੇ ਰੋਲ ਅਦਾ ਕੀਤਾ ਹੋਇਆ। ਪਰ ਮੈਨੂੰ ਲੱਗਦਾ ਕਿ ਵੀ ਜਿਸ ਤਰੀਕੇ ਨਾਲ ਅਕਾਲੀਆਂ ਨੇ ਕਦੇ ਵੀ ਖੁੱਲ੍ਹ ਕੇ ਪੰਥਕ ਲਾਈਨ ਛੱਡ ਕੇ
ਦੂਜੀ ਵੱਲ ਨਹੀਂ ਜਾਣਾ, ਅੰਦਰੋਂ ਅੰਦਰ ਭਾਵੇਂ ਜੋ ਕਰਦੇ ਰਹਿਣ। ਸੋ ਕਿਉਂਕਿ ਬੀਜੇਪੀ ਖੁੱਲ ਕੇ ਉਹਨਾਂ ਦੀ ਹਮਾਇਤ ਤੇ ਆਈ ਹੈ, ਸੋ ਪੋਲੀਟੀਕਲੀ ਜ਼ਿਆਦਾ ਫਾਇਦਾ ਉਹਨਾਂ ਨੂੰ ਹੈ। ਔਰ ਇਸ ਦੇ ਪਿੱਛੇ ਉਹਨਾਂ ਦਾ ਰੋਲ ਔਰ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਦੇ ਵਿੱਚ ਵੀ ਹੁਣ ਚਾਰ ਚੁਫੇਰੇ ਬੋਲਬਾਲੇ। ਜਦੋਂ ਦਾ ਮੋਦੀ ਆਇਆ ਪੰਜਾਬ ਵਾਲੇ ਵੀ ਡਰਦੇ, ਉਹਨਾਂ ਦੇ ਹੁਕਮਾਂ ਨੂੰ ਮੰਨਦੇ ਨੇ। ਉਹਨੂੰ ਲੱਗਦਾ ਕਿ ਭਾਈ ਹੁਣ ਅਗਲੀ ਸਰਕਾਰ ਹੋ ਸਕਦਾ ਪੰਜਾਬ 'ਚ ਇਹੀ ਆ ਜਾਣ। ਸੋ ਇਹਨਾਂ ਦਾ ਭਾਈ ਅਮਰੀਕ ਸਿੰਘ ਖਾਲਸਾ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਆਈ ਹੈ, ਮੇਰਾ ਖਿਆਲ ਹੈ ਬ੍ਰੇਕ ਲੈਣ ਦਾ। ਜੀ ਵੀਅਰਸ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।